ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਸ੍ਰੀ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਗਾਵੇ ਕੋ ਜਾਪੈ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ, ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਅਗਰ ਆਪਾਂ ਸੰਸਾਰ ਦੇ ਵਿੱਚ ਦੇਖੀਏ ਤਾਂ ਦੋ ਤਰ੍ਹਾਂ ਦੇ ਆਦਮੀ ਜਿਹੜੇ ਆ ਉਹ ਸਾਨੂੰ ਆਮ ਤੌਰ ਦੇ ਉੱਤੇ ਮਿਲਦੇ ਆ। ਇੱਕ ਕੀ ਹੁੰਦੇ ਆ ਮੂਰਖ, ਦੂਸਰੇ ਹੁੰਦੇ ਹੈ ਗਿਆਨੀ। ਅਸਲ ਦੇ ਵਿੱਚ ਚਿੰਨ੍ਹ ਚੱਕਰਾਂ ਅਤੇ ਸਰੀਰ ਕਰਕੇ ਭਾਵੇਂ ਦੋਨੇ ਇੱਕੋ ਭਾਸਦੇ ਆ, ਪਰ ਦੋਨਾਂ ਦੇ ਵਿੱਚ ਖਿਆਲਾਂ ਦਾ ਜਿਹੜਾ ਉਹ ਇੱਕ ਦੂਜੇ ਦੇ ਵਿਪਰੀਤ ਪ੍ਰਦਰਸ਼ਨ ਹੁੰਦਾ ਹੈਗਾ। ਦੇਖੋ, ਜਿਹੜਾ ਮੂੜ ਆਦਮੀ ਆ ਨਾ, ਉਹ ਮੂੜ ਆਦਮੀ ਕੋਈ ਵੀ ਗੱਲ ਜਿਹੜੀ ਹੈਗੀ ਆ ਉਹ ਆਪਣੀ ਬੁੱਧੀ, ਆਪਣੀ ਸੋਚ ਜਾਂ ਇਉਂ ਕਹਿ ਲਓ ਕਿ ਆਪਣੀ ਚੁਸਤ ਚਲਾਕੀ ਦੇ ਵਿੱਚੋਂ ਦੇਖਦਾ ਹੈ। ਲੇਕਿਨ ਜਿਹੜਾ ਗਿਆਨੀ ਆਦਮੀ ਹੁੰਦਾ ਹੈਗਾ ਉਹ ਕੋਈ ਵੀ ਗੱਲ ਜੋ ਦੇਖਦਾ ਹੈ ਆਪਣੀ ਬੁੱਧੀ ਨੂੰ ਇੱਕ ਪਾਸੇ ਰੱਖ ਕੇ ਗੁਰੂ ਦੀ ਮੱਤ ਦੇ ਅਨੁਸਾਰ ਸੋਚਦਾ ਹੈ। ਸੋ ਇਸ ਤਰ੍ਹਾਂ ਜਿਹੜੇ ਨਾਸਤਿਕ ਖਿਆਲਾਂ ਦੇ ਆਦਮੀ ਹੁੰਦੇ ਆ, ਇਹੋ ਜਿਹੜੇ ਨਾਸਤਿਕ ਖਿਆਲਾਂ ਦੇ ਆਦਮੀ ਹੁੰਦੇ ਆ, ਇਹ ਵਾਹਿਗੁਰੂ ਦੀ ਜਿਹੜੀ ਦਿੱਤੀਆਂ ਹੋਈਆਂ ਇਸ ਮਾਇਆ ਦੇ ਪ੍ਰਤੀ ਜੋ ਦਾਤਾਂ ਹੁੰਦੀਆਂ ਉਹਨਾਂ ਨੂੰ ਹੀ ਸੱਚ ਮੰਨ ਬੈਠਦੇ ਆ। ਉਹ ਦੇਖਦੇ ਆ ਕਿ ਇਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ। ਇਸ ਕਰਕੇ ਉਹਨਾਂ ਦੇ ਵਾਹਿਗੁਰੂ ਦੀ ਹੋਂਦ ਤੋਂ ਇਨਕਾਰ ਦੇ ਜ਼ਿਆਦਾ ਜਿਹੜੇ ਹਨ ਦੋ ਚਾਰ ਕਾਰਨ ਜਿਹੜੇ ਮੇਨ ਪ੍ਰਮੁੱਖ ਹੁੰਦੇ ਆ। ਪਹਿਲਾ ਕੀ ਹੁੰਦਾ ਹੈਗਾ ਕਿ ਉਹਨਾਂ ਦਾ ਜਿਹੜਾ ਹੈ ਨਾ ਪਰਿਵਾਰਕ ਮੋਹ ਹੁੰਦਾ ਹੈਗਾ, ਉਹਨੂੰ ਇਸ ਦਾਇਰੇ ਦੇ ਵਿੱਚ ਜਗੜ ਦਿੰਦਾ ਹੈਗਾ ਕਿ ਮੈਂ ਸੱਚ ਹਾਂ, ਮੇਰੇ ਮਾਂ-ਬਾਪ ਸੱਚ ਵਾ, ਮੇਰਾ ਪਰਿਵਾਰ ਸੱਚ ਆ, ਮੇਰੇ ਦੋਸਤ ਰਿਸ਼ਤੇਦਾਰ ਜੋ ਵੀ ਜਾਇਦਾਦ ਮਿਲੀ ਆ, ਘਰ-ਬਾਰ ਸਭ ਕੁਛ ਹਰੇਕ ਚੀਜ਼ ਉਹਨੂੰ ਸੱਚ ਨਜ਼ਰ ਆਉਂਦੀ ਆ, ਕਿਉਂਕਿ ਇਹ ਉਹਦੇ ਨੇਤਰਾਂ ਦੀ ਗਵਾਹੀ ਹੁੰਦੀ ਆ। ਸੋ ਦੂਸਰਾ ਕੀ ਹੁੰਦਾ ਹੈਗਾ ਕਿ ਉਹਨੂੰ ਖਾਸ ਕਰਕੇ ਦੁਨਿਆਵੀ ਜਿਹੜੇ ਭੋਗ ਵਿਲਾਸ ਹੈਗੇ ਆ, ਇਹਨਾਂ ਭੋਗਾਂ ਵਿਲਾਸਾਂ ਨੂੰ ਖਾਣ ਦੀ ਹੰਡਾਉਣ ਦੀ ਰੁਚੀ ਜਿਹੜੀ ਆ ਅੰਦਰ ਜ਼ਿਆਦਾ ਪ੍ਰਬਲ ਹੁੰਦੀ ਆ। ਤੀਸਰਾ, ਨਾਸਤਿਕਤਾ ਦਾ ਖਿਆਲ ਜਿਹੜਾ ਹੈਗਾ ਉਹ ਇਸ ਕਰਕੇ ਘਰ ਜਾਂਦਾ ਹੈ ਕਿ ਦੁਨੀਆ ਦੇ ਜਿਹੜੇ ਰੰਗ ਤਮਾਸ਼ੇ, ਸੈਰ ਸਪਾਟੇ ਜਾਂ ਜੋ ਚੀਜ਼ਾਂ ਉਹ ਦੇਖਦਾ ਹੈਗਾ, ਉਹਦੇ ਜਿਹੜੇ ਬਾਹਰਮੁਖੀ ਨੇਤਰ ਉਹ ਇਸ ਗੱਲ ਦੀ ਗਵਾਹੀ ਭਰ ਦਿੰਦੇ ਆ ਕਿ ਅਸਲ ਦੇ ਵਿੱਚ ਜਿਹੜੀ ਚੀਜ਼ ਸੱਚ ਵਾ ਉਹੀ ਸੱਚ ਆ ਜਿਹੜੀ ਤੂੰ ਅੱਖੀਂ ਦੇਖ ਰਿਹਾ ਹੈਗਾ। ਇਸ ਕਰਕੇ ਉਹ ਜਿਹੜੇ ਇਨਸਾਨ ਹੈਗੇ ਆ ਉਹ ਇਸ ਤੋਂ ਜ਼ਿਆਦਾ ਨਹੀਂ ਸੋਚਦੇ, ਬਸ ਇਸੇ ਹੀ ਸੰਸਾਰ ਨੂੰ ਜਿਹੜਾ ਹੈਗਾ ਉਹ ਸਥਿਰ ਕਰਕੇ ਮੰਨਦੇ ਆ। ਪਰ ਦੂਸਰੇ ਜਿਹੜੇ ਆਸਤਿਕ ਖਿਆਲਾਂ ਦੇ ਲੋਕੀ ਹੁੰਦੇ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੁੰਦੀ ਆ, ਉਹ ਸਾਰੀ ਚੀਜ਼ ਜਿਹੜੀ ਹੈ ਨਾ ਉਹ ਗੁਰੂ ਦੀ ਮੱਤ ਦੇ ਅਨੁਸਾਰ ਦੇਖਦੇ। ਕਿਉਂ? ਉਹਨਾਂ ਨੇ ਆਪਣਾ ਜਿਹੜਾ ਜੀਵਨ ਹੈਗਾ ਆਪਣੇ ਤੋਂ ਉੱਚੇ ਮਹਾਂਪੁਰਖ ਜਿਨ੍ਹਾਂ ਦੇ ਜੀਵਨ ਦੇ ਵਿੱਚ ਬੜੀ ਘਾਲ ਕਮਾਈ ਕੀਤੀ ਹੁੰਦੀ ਆ, ਉਹਨਾਂ ਦੀ ਸੰਗਤ ਦੁਆਰਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਉਹਨਾਂ ਨੂੰ ਫਿਰ ਨਾਮ ਅਭਿਆਸ ਜ਼ਰੀਏ ਦੇ ਇਸ ਦੁਨੀਆ ਦੀ ਜਿਹੜੀ ਸੱਚਾਈ ਆ ਉਹ ਪ੍ਰਤੱਖ ਤੌਰ 'ਤੇ ਨਜ਼ਰ ਆਉਣ ਲੱਗ ਪੈਂਦੀ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜੇ ਸੰਸਾਰ ਨੂੰ ਸਾਡੇ ਨੇਤਰ ਜਿਹੜੇ ਹੈਗੇ ਆ ਉਹ ਇਸ ਗੱਲ ਦੀ ਗਵਾਹੀ ਭਰਦੇ, ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ, ਪਰ ਇਹਦੀ ਅਸਲੀਅਤ ਅਸਲ ਦੇ ਵਿੱਚ ਕੁਛ ਹੋਰ ਹੀ ਆ। ਫਿਰ ਉਹਨੂੰ ਪਤਾ ਲੱਗਦਾ ਹੈਗਾ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਅਤੇ ਅਖੀਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਨਾਨਕ ਬਖਾਣੇ ਬੇਨਤੀ ਤੁਝ ਬਾਝੋਂ ਕੂੜੋ ਕੂੜ, ਕਿ ਕੇਵਲ ਅਤੇ ਕੇਵਲ ਅਕਾਲ ਸ਼ਕਤੀ ਜਿਹੜੀ ਆ ਉਹ ਹੀ ਸੱਚ ਆ, ਬਾਕੀ ਸਭ ਕੁਛ ਝੂਠ ਹੈ। ਇਸੇ ਕਰਕੇ ਉਹ ਜਿਹੜੇ ਇਸ ਅਸਲੀਅਤ ਨੂੰ ਜਾਣ ਜਾਂਦੇ ਆ ਉਹ ਵਾਹਿਗੁਰੂ ਦੇ ਕਰੀਬ ਹੋ ਜਾਂਦੇ ਆ, ਵਾਹਿਗੁਰੂ ਨੂੰ ਹਰੇਕ ਜਗ੍ਹਾ ਹਾਜ਼ਰ ਨਾਜ਼ਰ ਜਾਣਦੇ ਆ, ਕਿਣਕੇ ਦੇ ਵਿੱਚ ਪਰਮੇਸ਼ਰ ਦੀ ਹੋਂਦ ਨੂੰ ਮਹਿਸੂਸ ਕਰਦੇ ਆ। ਪਰ ਜਦੋਂ ਨਾਮ ਅਭਿਆਸ 'ਚ ਅੱਗੇ ਹੋ ਜਾਂਦੇ ਫਿਰ ਉਹਨਾਂ ਨੂੰ ਇਸ ਗੱਲ ਦਾ ਸਿੱਧਾ ਡਾਇਰੈਕਟ ਤੌਰ 'ਤੇ ਪਤਾ ਲੱਗ ਜਾਂਦਾ ਹੈਗਾ ਕਿ ਘਟ ਮੇ ਹਰ ਜਿਉ ਬਸੇ ਸੰਤਨ ਕਹੋ ਪੁਕਾਰ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਬਣ ਤੈਣ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਸੰਤਰ ਮਾਹੀ, ਚਾਰ ਕੁੰਟ ਤੈ ਦਿਸੇ ਸਮਾਹੇ, ਤਿਸ ਤੇ ਪਿਨ ਨਾਹੀ ਖੋਠਾ ਹੋ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਇਸ ਕਰਕੇ ਉਹ ਜਦੋਂ ਇਸ ਪੰਕਤੀਆਂ ਦੇ ਭੇਦ ਉਹਨਾਂ ਦੇ ਅੰਦਰ ਅਨੁਭਵ ਦੇ ਵਿੱਚ ਖੁੱਲ੍ਹਦੇ ਆ, ਬਸ ਫਿਰ ਉਹ ਵਾਹ ਕਰ ਉੱਠਦੇ ਆ। ਫਿਰ ਉਹਨੂੰ ਇਹੀ ਪਤਾ ਲੱਗ ਜਾਂਦਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਜਿਹੜੇ ਇਨਸਾਨ ਜਿਹੜੇ ਹੈਗੇ ਇਹਨਾਂ ਕੰਮਾਂ ਦੇ ਵਿੱਚ ਜਾਂ ਸੱਚੀਆਂ ਘਾਲਾਂ ਤੋਂ ਇਨਕਾਰ ਹੋ ਜਾਂਦੇ, ਜਿਹੜੇ ਮਿਹਨਤ ਨਹੀਂ ਕਰਕੇ ਰਾਜੀ, ਕੇਵਲ ਅਤੇ ਕੇਵਲ ਜਵਾਨੀ ਕਲਾਮੀ ਗੱਲਾਂ ਕਰਦੇ ਆ, ਤਾਂ ਬਾਣੀ ਕਹਿੰਦੀ ਆ ਗੱਲੀ ਯੋਗ ਨਾ ਹੋਏ, ਅਤੇ ਗੱਲਾਂ ਦੇ ਨਾਲ ਵਾਹਿਗੁਰੂ ਦੇ ਨਾਲ ਜੁੜਿਆ ਨਹੀਂ ਜਾ ਸਕਦਾ। ਅਤੇ ਜੇ ਜੁੜਾਂਗੇ ਨਹੀਂ ਤਾਂ ਅਸਲੀਅਤ ਦੀ ਸਮਝ ਨਹੀਂ ਆਉਂਦੀ, ਵਾਹਿਗੁਰੂ ਦੀ ਇਹ ਜਿਹੜੀ ਖੇਡ ਰਚਨਾ ਰੰਗ ਤਮਾਸ਼ਾ ਦੇ ਭੇਦਾਂ ਦਾ ਕੁਛ ਪਤਾ ਨਹੀਂ ਲੱਗਦਾ। ਪਰ ਜਿਹੜੇ ਮਿਹਨਤ ਕਮਾਈ ਦੁਆਰਾ ਜੁੜ ਜਾਂਦੇ ਆ ਫਿਰ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਇਲਮ ਗਿਆਨ ਸਹਿਜ ਦੇ ਵਿੱਚ ਹੀ ਹੋ ਜਾਂਦਾ ਹੈਗਾ ਕਿ ਅਸਲ ਦੇ ਵਿੱਚ ਜੋ ਕੁਛ ਵਾਹਿਗੁਰੂ ਨੇ ਬਣਾਇਆ ਹੈਗਾ
ਇਹ ਉਹਦੀ ਮਾਇਆ ਹੈਗੀ, ਇਹ ਉਹਦੀ ਮੌਜ ਹੈਗੀ ਆ। ਪਰ ਇਸ ਕੁਦਰਤ ਦੇ ਵਿੱਚ, ਇਸ ਮਾਇਆ ਦੇ ਵਿੱਚ ਕਾਦਰ ਆਪ ਜਿਹੜਾ ਬੈਠ ਕੇ ਆਪਣੀ ਸਾਰੀ ਰਚਨਾ ਨੂੰ ਬੜਾ ਖੁਸ਼ ਤੇ ਬੇਪਰਵਾਹ ਦੀ ਨਜ਼ਰ ਦੇ ਨਾਲ ਤੱਕ ਰਿਹਾ ਹੈਗਾ। ਦੇਖੋ, ਆਪਸ ਵਿੱਚ ਦੋ ਵਿਪਰੀਤ ਖਿਆਲ ਹੈਗੇ। ਨਾਸਤਿਕ ਸਭ ਕੁਝ ਜਾਣਦਾ ਹੋਇਆ ਵੀ ਇਹ ਸੂਰਜ ਵਾ, ਚੰਦ ਵਾ, ਸਿਤਾਰੇ ਆ, ਦਿਨ ਰਾਤ ਬਣਦੇ, ਦਰਿਆ, ਪਹਾੜ, ਮੌਸਮ, ਮੀਂਹ, ਵਰਖਾ, ਹਨੇਰੀਆਂ, ਸਭ ਕੁਝ ਹੋ ਰਿਹਾ ਹੈਗਾ। ਪਰ ਉਹਦੇ ਮਨ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਆ ਉਹ ਜ਼ਿਆਦਾ ਘਰ ਕਰ ਜਾਂਦੀ ਹੈ ਕਿ ਇਹ ਸਭ ਕੁਝ ਕੁਦਰਤੀ ਤੌਰ 'ਤੇ ਹੋ ਰਿਹਾ। ਬਸ ਉਹ ਇੱਥੇ ਤੱਕ ਹੀ ਸੀਮਿਤ ਆ। ਪਰ ਉਹ ਇਹ ਨਹੀਂ ਜਾਣਦਾ ਕਿ ਇਸ ਕੁਦਰਤ ਦੇ ਵਿੱਚ ਕਾਦਰ ਵੀ ਆ। ਪਰ ਜਿਹੜੇ ਆਸਤਕ ਖਿਆਲਾਂ ਦੇ ਲੋਕੀ ਹੈਗੇ ਆ, ਗੁਰਮੁਖ ਪਿਆਰੇ ਸੱਜਣ ਹੁੰਦੇ ਆ, ਉਹ ਉਸ ਕੁਦਰਤ ਦੇ ਵਿੱਚ ਕਾਦਰ ਨੂੰ ਤੱਕਦੇ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਨਾਨਕਾ ਪਾਤਸ਼ਾਹ ਦਿਸੇ ਜਹਰਾ, ਕਿ ਉਹ ਕੋਈ ਲੁਕ ਲੁਕੋ ਵਾਲੀ ਗੱਲ ਨਹੀਂ ਹੁੰਦੀ। ਅਤੇ ਇਸ ਕਰਕੇ ਇਹੋ ਜਿਹੇ ਸੱਜਣ ਜਿਹੜੇ ਹੈਗੇ ਉਹ ਆਪਣਾ ਜੀਵਨ ਇਸ ਸੰਸਾਰ ਤੋਂ ਸਵਾਰ ਕੇ ਅਤੇ ਦੂਸਰਿਆਂ ਦੇ ਜੀਵਨ ਸਵਾਰਨ ਦੀ ਵੀ ਸਮਰੱਥਾ ਰੱਖਦੇ ਆ। ਸੋ ਦੇਖੋ, ਦੋ ਚੀਜ਼ਾਂ ਜਿਹੜੀਆਂ ਹਨ ਇਹ ਆਪਸ ਵਿੱਚ ਇੱਕ ਦੂਜੇ ਦੇ ਵਿਪਰੀਤ ਖਿਆਲ ਆ। ਪਰ ਕਈ ਵਾਰੀ ਅਸੀਂ ਐਸੇ ਇਨਸਾਨ ਦੇਖਦੇ ਹਾਂ ਵੀ ਪਹਿਲਾਂ ਜਿਹੜੇ ਸੀਗੇ ਉਹ ਨਾਸਤਿਕ ਖਿਆਲਾਂ ਦੇ ਸੀਗੇ, ਪੱਕੇ ਨਾਸਤਿਕ ਸੀਗੇ। ਉਹਨਾਂ ਨੇ ਪ੍ਰਚਾਰ ਵੀ ਇਸ ਢੰਗ ਦੇ ਨਾਲ ਕੀਤੇ ਸੀਗੇ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਇਹ ਸਭ ਕੁਛ ਜੋ ਕੁਛ ਵੀ ਹੈ ਇਹ ਜੱਗ ਮਿੱਠਾ ਗਲਾ ਕਿਨੇ ਡਿੱਠਾ। ਪਰ ਅਖੀਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਉਹ ਇਸੇ ਹੀ ਦੁਨੀਆ ਨੂੰ, ਜਿਹਨੂੰ ਸੱਚ ਮੰਨਦੇ ਸੀ, ਇਸੇ ਹੀ ਦੁਨੀਆ ਵਿੱਚ ਜਦੋਂ ਬਹੁਤ ਪੇਚੀਦਾ ਮੁਸ਼ਕਲਾਂ ਦੇ ਵਿੱਚ ਫਸੇ ਆ, ਤਾਂ ਫਿਰ ਮੁਸ਼ਤਲ ਸਥਿਤੀ ਦੇ ਵਿੱਚੋਂ ਸੰਸਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਜਦ ਨਾਕਾਮ ਹੋਈਆਂ, ਉਹ ਇਹਦੇ ਵਿੱਚੋਂ ਨਿਕਲ ਨਹੀਂ ਸਕੇ, ਤਾਂ ਅਖੀਰ ਉਹਨਾਂ ਨੇ ਇਹ ਗੱਲ ਮੰਨਣੀ ਪਈ ਕਿ ਵਾਕਿਆ ਹੀ ਇਸ ਸੰਸਾਰ ਨੂੰ ਚਲਾਉਣ ਵਾਸਤੇ, ਇਸ ਬ੍ਰਹਿਮੰਡ ਨੂੰ ਚਲਾਉਣ ਵਾਸਤੇ ਜੋ ਗੈਵੀ ਤਾਕਤ ਹੈਗੀ ਆ ਉਹ ਹੀ ਕੰਮ ਕਰਦੀ ਆ। ਫਿਰ ਉਹ ਜਿਹੜੇ ਗੈਵੀ ਸੱਜਣ ਸੰਤ ਮਹਾਂਪੁਰਖ ਉਹਨਾਂ ਦੀ ਸ਼ਰਨ ਦੇ ਵਿੱਚ ਆਉਂਦੇ ਆ। ਜਦ ਸ਼ਰਨ 'ਚ ਆਉਂਦੇ ਆ ਤਾਂ ਫਿਰ ਉਹ ਆਪਣੀ ਮੱਤ ਨੂੰ ਤਿਆਗਦੇ ਆ, ਅਤੇ ਜਦ ਗੁਰਮਤਿ ਦੀ ਮੱਤ ਨੂੰ ਧਾਰਨ ਕਰਦੇ ਆ ਤਾਂ ਫਿਰ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਲੱਗਦਾ ਹੈਗਾ ਕਿ ਭਾਈ ਵਾਹਿਗੁਰੂ ਦੂਰ ਨਹੀਂ ਹੈ, ਵਾਹਿਗੁਰੂ ਤਾਂ ਬਿਲਕੁਲ ਨਜ਼ਦੀਕ ਹੈ। ਬਸ ਸਾਡਾ ਆਪਣਾ ਹੀ ਭਰਮ ਭੁਲੇਖਾ ਹੈਗਾ ਕਿ ਅਸੀਂ ਮਿਹਨਤ ਨਹੀਂ ਕੀਤੀ, ਜਿਸ ਮਿਹਨਤ ਨੂੰ ਕਰਨ ਵਾਸਤੇ ਸਾਨੂੰ ਇਨਸਾਨੀ ਜਨਮ ਮਿਲਿਆ ਹੈਗਾ। ਅਤੇ ਇਸ ਕਰਕੇ ਅਸੀਂ ਇਹ ਮੌਕਾ ਖੁਜਾ ਦਿੱਤਾ ਹੈਗਾ। ਹੁਣ ਵਾਹਿਗੁਰੂ ਕਿਰਪਾ ਕਰੇ, ਕਿਤੇ ਐਸਾ ਮੌਕਾ ਬਖਸ਼ੇ ਕਿ ਜਿਹਦੇ ਨਾਲ ਮੈਂ ਵਾਹਿਗੁਰੂ ਦੇ ਚਰਨ ਕਦੀ ਨਾ ਛੱਡਾਂ। ਕਿਉਂਕਿ ਨਾਸਤਕ ਤੋਂ ਆਸਤਕ ਬਣਦੇ ਤਾਂ ਅਸੀਂ ਦੇਖਿਆ, ਭੂਮੀਆਂ ਚੋਰ, ਸੱਜਣ ਠੱਗ, ਬਲੀ ਕੰਧਾਰੀ, ਅਤੇ ਜਾਂ ਹੋਰ ਐਸੇ ਜਿਹੜੇ ਅਨੇਕਾਂ ਜਿਹੜੇ ਪੁਰਖਾਂ ਦੇ ਪ੍ਰਮਾਣ ਸਾਨੂੰ ਮਿਲ ਜਾਂਦੇ ਆ। ਪਰ ਵਾਹਿਗੁਰੂ ਦੇ ਨਾਲ ਜਿਹੜਾ ਪ੍ਰਾਣੀ ਜੁੜਿਆ ਹੋਵੇ, ਆਸਤਕ ਹੋਵੇ, ਉਹ ਕਦੀ ਨਾਸਤਕ ਬਣਦਾ ਅੱਜ ਤੱਕ ਨਹੀਂ ਦੇਖਿਆ। ਕਿਉਂ? ਉਹਨੂੰ ਪਤਾ ਲੱਗ ਜਾਂਦਾ ਹੈ ਕਿ ਅਸਲ ਦੇ ਵਿੱਚ ਜਿਹੜਾ ਇਸ ਸੰਸਾਰ ਦੇ ਵਿੱਚ ਤਿੰਨ ਹੀ ਚੀਜ਼ਾਂ ਸੱਤ ਹੈ। ਇੱਕ ਕੀ ਹੈ? ਇੱਕ ਵਾਹਿਗੁਰੂ, ਦੂਸਰਾ ਉਹਦਾ ਨਾਮ, ਅਤੇ ਤੀਸਰਾ ਉਹਦਾ ਨਾਮ ਜਪਣ ਵਾਲੇ। ਇਹ ਤਿੰਨ ਚੀਜ਼ਾਂ ਜਿਹੜੀਆਂ ਤਿੰਨ ਕਾਲ ਸੱਚ ਹੈਗਾ, ਪਰਮੇਸ਼ਰ, ਉਹਦਾ ਨਾਮ ਅਤੇ ਉਹਦਾ ਨਾਮ ਜਪਣ ਵਾਲੇ, ਕਿ ਬਾਕੀ ਸਭ ਝੂਠ ਹੈ। ਸੋ ਦੇਖੋ, ਇਹ ਇਸੇ ਹੀ ਜੋ ਪੰਕਤੀ ਹੈਗੀ ਉਹਦੀ ਵਿਚਾਰ ਨੂੰ ਥੋੜ੍ਹਾ ਹੋਰ ਸਪਸ਼ਟ ਸਮਝਣ ਵਾਸਤੇ ਦਾਸ ਜਿਹੜਾ ਹੈਗਾ ਇੱਕ ਦੋ ਵਿਅਕਤੀਆਂ ਦੇ ਐਸੇ ਜਿਹੜੇ ਪ੍ਰਮਾਣ ਉਹ ਆਪ ਦੇ ਨਾਲ ਜਿਹੜਾ ਸਾਂਝੇ ਕਰ ਰਿਹਾ ਹੈਗਾ, ਜਿਨ੍ਹਾਂ ਦਾ ਪਹਿਲਾ ਜਿਹੜਾ ਜੀਵਨ ਸੀਗਾ ਬਿਲਕੁਲ ਨਾਸਤਿਕ ਸੀਗਾ। ਵਾਹਿਗੁਰੂ ਨੂੰ ਬਹੁਤ ਜ਼ਿਆਦਾ ਦੂਰ ਸਮਝਦੇ ਸੀਗੇ। ਪਰ ਜਦ ਐਸੀਆਂ ਮੁਸੀਬਤਾਂ 'ਚ ਫਸਿਆ, ਫਿਰ ਉਹਨਾਂ ਨੂੰ ਪਤਾ ਲੱਗਾ ਕਿ ਅਸਲ ਦੇ ਵਿੱਚ ਵਾਹਿਗੁਰੂ ਜਿਹੜਾ ਹੈ ਨਾ ਉਹ ਕਣ ਕਣ ਦੇ ਵਿੱਚ ਮੌਜੂਦ ਹੈਗਾ, ਅਤੇ ਉਹਦੀ ਜਿਹੜੀ ਰਚਨਾ ਹੈਗੀ ਆ ਉਹ ਹੀ ਸਦਕੇ ਯੋਗ ਹੈ, ਅਤੇ ਉਹ ਸ਼ਕਤੀ ਸਦਕੇ ਯੋਗ ਹੈ। ਜਿਹਨੂੰ ਬਾਣੀ ਨੇ ਕਿਹਾ ਕਿ ਸੇਵਕ ਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ, ਕਿ ਵਾਹਿਗੁਰੂ ਤੂੰ ਆਪਣੇ ਸੇਵਕਾਂ ਨੂੰ ਜੁਗਾਂ ਜਗਾਂਤਰਾਂ ਵਾਸਤੇ ਭਰਪੂਰ ਕਰ ਦਿੰਦਾ, ਸਭ ਤੇਰੀ ਕਿਰਪਾ ਦਾ ਸਦਕਾ ਹੈਗਾ। ਸੋ ਇੱਕ ਸੱਜਣ ਜਿਨ੍ਹਾਂ ਦਾ ਨਾਮ ਮਹਿੰਦਰ ਸਿੰਘ ਸੀਗਾ, ਇਹ ਜਿਹੜੇ ਮਹਿੰਦਰ ਸਿੰਘ ਸੀਗੇ ਇਹ ਭੁੱਚੋ ਮੰਡੀ ਦੇ ਰਹਿਣ ਵਾਲੇ ਹੋਏ ਆ। ਇਹ ਆਪਣੇ ਜੀਵਨ ਦੇ ਵਿੱਚ ਜਿਹੜੀ ਕਿਰਤ ਕਰਦੇ ਹੁੰਦੇ ਸੀ ਉਹ ਸੀਗੀ ਟਰੱਕ ਦੀ ਡਰਾਈਵਰੀ। ਹੁਣ ਆਪ ਸੰਗਤਾਂ ਦਾ ਜਾਣਦੀਆਂ ਹੈਗਾ ਕਿ ਡਰਾਈਵਰੀ ਇੱਕ ਜ਼ਿੰਦਗੀ ਐਸੀ ਆ ਕਿ ਜਿਹਦੇ ਵਿੱਚ ਬਹੁਤ ਘੱਟ ਡਰਾਈਵਰ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਸੰਭਾਲ ਕੇ ਰੱਖਦੇ ਆ। ਲੇਕਿਨ ਜ਼ਿਆਦਾਤਰ ਜਿਹੜੇ ਡਰਾਈਵਰ ਥੋੜ੍ਹੇ ਨਸ਼ਾ ਪਾਣੀ ਜਾਂ ਇਹਨਾਂ ਚੀਜ਼ਾਂ ਦਾ ਸੇਵਨ ਕਰਨ ਦੇ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰ ਦਿੰਦੇ ਆ। ਸੋ ਮਹਿੰਦਰ ਸਿੰਘ ਹੁਣਾਂ ਦਾ ਵੀ ਜੀਵਨ ਇਸ ਤਰ੍ਹਾਂ ਦਾ ਸੀਗਾ ਕਿ ਉਹਨਾਂ ਨੇ ਆਪਣਾ ਜਿਹੜਾ ਸਰੀਰ ਸੀਗਾ ਹੈ ਨਾ, ਇਹ ਸਰੀਰ ਨੂੰ ਨਸ਼ੇ ਦਾ ਸੇਵਨ ਕਰ ਕਰਕੇ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਰੱਦੀ ਕਰ ਦਿੱਤਾ ਸੀਗਾ ਕਿ ਉਹਨਾਂ ਨੂੰ ਇੱਕ ਐਸੀ ਨਾਮੁਰਾਦ ਬਿਮਾਰੀ ਲੱਗੀ, ਜਿਸ ਬਿਮਾਰੀ ਨੂੰ ਅਸੀਂ TB ਆਖ ਦਿੰਦੇ ਹਾਂ। ਜਦੋਂ ਇਹ ਬਿਮਾਰੀ ਜਿਹੜੀ TB ਲੱਗੀ ਆ, ਉਹਨਾਂ ਦੇ TB ਦੇ ਨਾਲ ਜਿਹੜੇ ਫੇਫੜੇ ਆ, ਉਹ ਫੇਫੜੇ ਜਿਹੜੇ ਸੀਗੇ ਉਹ ਗਲਣੇ ਸ਼ੁਰੂ ਹੋ ਗਏ।
ਤੇ ਮਹਿੰਦਰ ਸਿੰਘ ਇੱਕ ਕਲਕੱਤੇ ਦੇ ਹੌਸਪੀਟਲ ਦੇ ਵਿੱਚ ਜਦ ਉਹਨਾਂ ਦੇ ਕਾਫੀ ਤਕਲੀਫ ਦਰਦ ਹੋਈ ਆ, ਉਹਦੇ ਵਿੱਚ ਐਡਮਿਟ ਹੋਏ। ਜਦ ਉਹਦੇ ਵਿੱਚ ਦਾਖਲ ਹੋਇਆ ਤੇ ਫਿਰ ਡਾਕਟਰਾਂ ਨੇ ਜਦ ਉਹਨਾਂ ਦਾ ਇਲਾਜ ਕੀਤਾ, ਉਹਨਾਂ ਦੀਆਂ ਰਿਪੋਰਟਾਂ ਨੂੰ ਚੈੱਕ ਕੀਤਾ, ਉਹਨਾਂ ਨੇ ਪਾਇਆ ਵੀ ਇਹਨੂੰ ਜਿਹੜੀ ਇਹ ਬਿਮਾਰੀ ਲੱਗੀ ਆ ਇਹ ਆਖਰੀ ਸਟੇਜ 'ਤੇ ਆ। ਤੇ ਫਿਰ ਵੱਡੇ ਡਾਕਟਰ ਨੇ ਉਹਨੂੰ ਇਹ ਸਲਾਹ ਦਿੱਤੀ ਕਿ ਅਸੀਂ ਤੈਨੂੰ ਜਿਹੜੀ ਥੋੜ੍ਹੀ ਦਵਾਈ ਦੇ ਦਿੰਦੇ ਹਾਂ, ਪਰ ਤੇਰੀ ਜਿਹੜੀ ਹਾਲਤ ਹੈਗੀ ਉਹ ਇਸੇ ਹਿਸਾਬ ਦੀ ਬਣ ਗਈ ਆ ਕਿ ਹੁਣ ਤੇਰੀ ਬਿਮਾਰੀ ਇਸ ਇਲਾਜ ਤੋਂ ਬਾਹਰ ਆ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਸਾਡੇ ਹਿਸਾਬ ਦੇ ਨਾਲ ਤੂੰ 10 ਦਿਨ ਸੰਸਾਰ 'ਚ ਜੀ ਸਕਦਾ ਅਤੇ 10 ਦਿਨ ਤੋਂ ਬਾਅਦ ਤੇਰੀ ਮੌਤ ਜਿਹੜੀ ਆ ਉਹ ਅਟੱਲ ਹੈਗੀ ਆ, ਕਿਉਂ ਤੇਰੇ ਫੇਫੜੇ ਜਿਹੜੇ ਹਨ ਪੂਰੀ ਤਰ੍ਹਾਂ ਗਲ ਚੁੱਕੇ ਆ। ਜਦੋਂ ਇਹ ਸਾਰਾ ਕੁਛ ਡਾਕਟਰਾਂ ਨੇ ਉਹਨੂੰ ਸਾਫ਼ ਤੌਰ 'ਤੇ ਦੱਸ ਦਿੱਤਾ ਅਤੇ ਨਾਲ ਇਹ ਵੀ ਕਹਿ ਦਿੱਤਾ ਕਿ ਅਗਰ ਤੂੰ ਆਪਣੇ ਘਰਦਿਆਂ ਨੂੰ ਪਿਆਰ ਕਰਦਾ, ਪ੍ਰੇਮ ਕਰਦਾ ਹੈਗਾ ਅਤੇ ਤੂੰ ਇਸ ਤਰ੍ਹਾਂ ਕਰ, ਜਿਵੇਂ ਵੀ ਹੋ ਸਕਦਾ ਔਖਾ ਸੌਖਾ ਆਪਣੇ ਪਿੰਡ ਚਲਿਆ ਜਾ, ਅਤੇ ਜਦੋਂ ਤੂੰ ਪੁੱਟੋ ਮੰਡੀ ਆਪਣੇ ਪਿੰਡ ਜਾਏਗਾ ਅਤੇ ਆਪਣੇ ਪਰਿਵਾਰ 'ਚ ਆਪਣਾ ਸਰੀਰ ਛੱਡੂਗਾ ਅਤੇ ਤੇਰੇ ਪਰਿਵਾਰ ਨੂੰ ਜਿਹੜੀ ਹੈ ਨਾ ਜ਼ਿਆਦਾ ਤਕਲੀਫ ਨਹੀਂ ਹੋਊਗੀ, ਕਿਉਂਕਿ ਅਗਰ ਤੂੰ ਕਲਕੱਤੇ ਦੇ ਵਿੱਚ ਮਰ ਗਿਆ, ਤੇਰੀ ਮੌਤ ਹੋ ਗਈ, ਅਤੇ ਫਿਰ ਤੇਰਾ ਪਰਿਵਾਰ ਸਾਵੇਂ ਉੱਥੋਂ ਪਿੰਡੋਂ ਕਲਕੱਤੇ ਆਏਗਾ, ਫਿਰ ਤੇਰੀ ਬੋਡੀ ਨੂੰ ਲੈ ਕੇ ਜਾਏਗਾ, ਇਸ ਤਰ੍ਹਾਂ ਜਿਹੜੀ ਉਹ ਤਕਲੀਫ ਚੱਲੂਗੀ, ਉਸ ਤਕਲੀਫ ਤੋਂ ਤੇਰਾ ਪਰਿਵਾਰ ਪੂਰੀ ਤਰ੍ਹਾਂ ਬਚ ਜਾਊਗਾ। ਸੋ ਇਹ ਵੀ ਗੱਲ ਹੁਣ ਮਹਿੰਦਰ ਸਿੰਘ ਨੇ ਮਨ 'ਚ ਦੇ ਵਿੱਚ ਜਿਹੜੀ ਹੈਗੀ ਆ ਉਹ ਭਾਫ ਲਈ ਕਿ ਵੀ ਭਾਈ ਹੁਣ ਮਰਨਾ ਤਾਂ ਹੈਗਾ ਹੀ ਆ, ਕਿਉਂ ਨਾ ਹੋਵੇ ਵੀ ਮੈਂ ਡਾਕਟਰਾਂ ਦੀ ਗੱਲ ਸਹੀ ਆ ਕਿ ਮੈਂ ਪਿੰਡ ਚਲਿਆ ਜਾਵਾਂ। ਸੋ ਮਹਿੰਦਰ ਸਿੰਘ ਨੇ ਟ੍ਰੇਨ ਦੇ ਵਿੱਚ ਜਿਹੜੀ ਸੀ ਨੇ ਬੈਠ ਕੇ ਇਹ ਯਾਤਰਾ ਜਿਹੜੀ ਸੀ ਪਿੰਡ ਦੀ ਇਹ ਕਰਨੀ ਸ਼ੁਰੂ ਕਰ ਦਿੱਤੀ। ਇੱਦਾਂ ਕਰਦੇ ਕਰਦੇ ਜਦ ਕਾਫੀ ਸਮਾਂ ਲੰਘ ਗਿਆ, ਇਸ ਤਰ੍ਹਾਂ ਜਿਹੜੇ ਸੀ ਪਿੰਡ ਦੇ ਨਜ਼ਦੀਕ ਆਇਆ, ਇੱਕ ਅੱਡੇ 'ਤੇ ਆ ਕੇ ਜਦ ਉਹ ਸਟੇਸ਼ਨ 'ਤੇ ਉਤਰਿਆ ਅਤੇ ਉੱਥੋਂ ਉਹਨੇ ਗੱਡੀ ਜਿਹੜੀ ਸੀ ਉਹ ਬਦਲਣੀ ਸੀਗੀ ਦੂਸਰੇ ਪਾਸੇ ਆਪਣੇ ਪਿੰਡ ਨੂੰ ਜਾਣ ਵਾਸਤੇ, ਜਿਹੜੇ ਉਹਦੇ ਪਿੰਡ ਦੇ ਕਰੀਬ ਸੀ, ਭੁੱਚੋ ਮੰਡੀ ਦੇ ਲਾਗੇ। ਕੁਦਰਤੀ ਜਦੋਂ ਸਾਹ ਲੈਣ ਵਾਸਤੇ ਜਿਹੜਾ ਸੀ ਸਟੇਸ਼ਨ 'ਤੇ ਬੈਠਾ ਅਤੇ ਜਿਸ ਬੈਂਚ 'ਤੇ ਬੈਠਾ, ਉੱਥੇ ਇੱਕ ਦੋ ਸੱਜਣ ਜਿਹੜੇ ਸੀ ਉਹ ਗੁਰਮਤਿ ਵਿਚਾਰਾਂ ਕਰ ਰਹੇ ਸੀ। ਉਹਨਾਂ ਵਿਚਾਰਾਂ ਦੇ ਵਿੱਚ ਉਹਨਾਂ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲਿਆਂ ਦੀ ਜਿਹੜੀ ਸੀ ਬੜੀ ਸਿਫਤ ਜਿਹੜੀ ਕੀਤੀ ਉਹਨਾਂ ਸੱਜਣਾਂ ਨੇ। ਜਦ ਸਿਫਤ ਕੀਤੀ, ਜਦੋਂ ਇਸ ਢੰਗ ਦੀ ਜਿਹੜੀ ਗੱਲਬਾਤ ਹੋਈ ਹੈ, ਅਤੇ ਉਹਦੇ ਸੱਜਣ ਦੇ ਮਨ ਦੇ ਵਿੱਚ ਮਹਿੰਦਰ ਸਿੰਘ ਦੇ ਵਿਚਾਰ ਆਈ ਕਿ ਮਰ ਤਾਂ ਮੈਂ ਜਾਣਾ ਹੀ ਆ, ਕਿਉਂਕਿ ਜਾਂਦੇ ਜਾਂਦੇ ਕਿਉਂ ਨਾ ਹੋਵਾਂ ਕਿ ਜਿਹਨਾਂ ਇਹ ਸੱਜਣੇ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਉਹਨਾਂ ਦੀ ਗੱਲਬਾਤ ਕਰਦੇ, ਮੈਂ ਉਹਨਾਂ ਦੇ ਦਰਸ਼ਨ ਕਰਿਆ ਵਾਂ। ਸੋ ਇੰਨਾ ਗੱਲਬਾਤ ਤੋਂ ਪ੍ਰਭਾਵਿਤ ਹੋਇਆ ਕਿ ਮਹਿੰਦਰ ਸਿੰਘ ਘਰ ਜਾਣ ਦੀ ਬਜਾਏ ਨੇ ਸਿੱਧਾ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲਿਆਂ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਸੀਗਾ ਉਹਨਾਂ ਦੇ ਨਿੱਜ ਅਸਥਾਨ 'ਤੇ ਚਲਿਆ ਗਿਆ। ਜਦ ਗਿਆ ਤਾਂ ਉਹਨੇ ਕੀ ਦੇਖਿਆ, ਕਾਫੀ ਸੰਗਤ ਜਿਹੜੀ ਸੀਗੀ ਉਹ ਦਰਸ਼ਨ ਕਰਨ ਵਾਸਤੇ ਮਹਾਂਪੁਰਖਾਂ ਦੇ ਇੱਕ ਬਰਾਂਡੇ ਜਿਹੇ ਦੇ ਵਿੱਚ ਬੈਠੀ ਸੀਗੀ, ਅਤੇ ਇਹ ਵੀ ਜਾਣੀ ਬਰਾਂਡੇ 'ਚ ਬੈਠ ਗਿਆ, ਅਤੇ ਸੰਤ ਬਾਬਾ ਈਸ਼ਰ ਸਿੰਘ ਜਿਹੜੇ ਮਹਾਂਪੁਰਖ ਸੀਗੇ ਉਹ ਕੁਰਸੀ 'ਤੇ ਜਿਹੜੇ ਸੀਗੇ ਬੈਠੇ ਹੋਏ ਸੀਗੇ। ਇਸ ਤਰ੍ਹਾਂ ਜਿਹਨਾਂ ਨੇ ਗੱਲਬਾਤ ਕਰਨੀ ਸੀ ਉਹ ਵਾਰੀ ਵਾਰੀ ਜਾ ਰਹੇ ਸੀ। ਇਹ ਸੱਜਣ ਦੀ ਵੀ ਜਦੋਂ ਵਾਰੀ ਆਈ ਅਤੇ ਇਹਨੇ ਜਾ ਕੇ ਸੰਤ ਬਾਬਾ ਈਸ਼ਰ ਸਿੰਘ ਉਹਨਾਂ ਨੂੰ ਮੱਥਾ ਟੇਕਿਆ, ਅਤੇ ਸੰਤ ਬਾਬਾ ਈਸ਼ਰ ਸਿੰਘ ਨੇ ਜਦ ਮਹਿੰਦਰ ਸਿੰਘ ਵੱਲ ਦੇਖਿਆ ਅਤੇ ਕਹਿਣ ਲੱਗੇ ਵੀ ਸੱਜਣਾ ਅਸੀਂ ਤੈਨੂੰ ਕਦੀ ਦੇਖਿਆ ਨਹੀਂ, ਤੂੰ ਕਿੱਥੋਂ ਆਇਆ ਹੈਗਾ। ਅਤੇ ਮਹਿੰਦਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਈ ਵੀ ਮੈਂ ਇਸ ਤਰ੍ਹਾਂ ਕਰਕੇ ਭੁੱਚੋ ਮੰਡੀ ਦੇ ਇਲਾਕੇ ਦਾ ਰਹਿਣ ਵਾਲਾ ਹੈਗਾ, ਅਤੇ ਮੈਂ ਟਰੱਕ ਡਰਾਈਵਰ ਕਰਦਾ ਹੈਗਾ, ਅਤੇ ਮੈਨੂੰ ਆਹ ਜਿਹੜੀ ਹੈ ਨਾ ਮੁਰਾਦ ਬਿਮਾਰੀ ਚੁੰਬੜ ਗਈ ਹੈਗੀ, ਅਤੇ ਡਾਕਟਰ ਨੇ ਮੈਨੂੰ 10 ਦਿਨ ਦੇ ਦਿੱਤੇ ਆ ਵੀ 10 ਦਿਨ ਬਾਅਦ ਉਹ ਖਤਮ ਹੋ ਜਾਣਾ, ਅਤੇ ਹੁਣ ਮੈਂ ਇਸ ਵਾਸਤੇ ਤੁਹਾਡੇ ਵਾਸਤੇ ਆਇਆ ਕਿ ਮੈਂ ਇਹ ਜਿਹੜਾ ਸਰੀਰ ਆ ਪਿੰਡ ਨਹੀਂ ਛੱਡਣਾ, ਤੁਹਾਡੇ ਚਰਨਾਂ 'ਚ ਇੱਥੇ ਹੀ ਛੱਡ ਦੇਣਾ ਹੈਗਾ। ਜਦ ਇੰਨੀ ਗੱਲ ਕਹੀ ਤਾਂ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਭਾਈ ਸੰਤਾਂ ਦੇ ਚਰਨਾਂ ਦੇ ਵਿੱਚ ਜਿਹੜਾ ਹੈਗਾ ਕਹਿੰਦੇ ਸਰੀਰ ਨਹੀਂ ਛੱਡੀਦਾ। ਸੰਤਾਂ ਦੇ ਜਦੋਂ ਕਿਸੇ ਦੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾਈਏ ਹੈ ਨਾ, ਉਹਨਾਂ ਤੋਂ ਦੇਹ ਰੋਗਤਾ ਦਾ ਦਾਨ ਮੰਗੀਦਾ ਹੈਗਾ। ਜਦ ਇਹ ਜਿਹੜਾ ਵਚਨ ਸੀਗਾ ਬਾਬਾ ਈਸ਼ਰ ਸਿੰਘ ਹੋਣਾ ਨੇ ਉਹ ਜਿਹੜਾ ਸੀ ਮਹਿੰਦਰ ਸਿੰਘ ਨਾਲ ਸਾਂਝਾ ਕੀਤਾ, ਮਹਿੰਦਰ ਸਿੰਘ ਜਿਹੜਾ ਸੀ ਹੈਰਾਨ ਜਿਹਾ ਹੋ ਗਿਆ ਅਤੇ ਬਾਬਾ ਈਸ਼ਰ ਸਿੰਘ ਵੱਲ ਹੋਣਾ ਤੱਕਣ ਲੱਗ ਪਿਆ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਮਹਾਂਪੁਰਖਾਂ ਦੀ ਜਦੋਂ ਦ੍ਰਿਸ਼ਟੀ ਹੋਵੇ ਨਾ, ਜਦੋਂ ਐਸੀ ਦ੍ਰਿਸ਼ਟੀ ਪਵੇ, ਇਹ ਬਿਮਾਰੀ ਕੀ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਵੀ ਇੱਕ ਛਿਣ ਦੇ ਵਿੱਚ ਜਿਹੜੀਆਂ ਦੂਰ ਹੋ ਜਾਂਦੀਆਂ। ਇਸ ਤੋਂ ਬਾਅਦ ਫਿਰ ਮਹਿੰਦਰ ਸਿੰਘ ਦੇ ਅੰਦਰ ਚਮਕ ਆ ਗਈ। ਉਹਨੇ ਮਹਾਂਪੁਰਖ ਨੂੰ ਕਿਹਾ ਕਿ ਮੈਨੂੰ ਡਾਕਟਰ ਨੇ ਕਹਿ ਤਾ ਤੇਰੇ ਫੇਫੜੇ ਸਾਰੇ ਗਲ ਗਏ ਆ ਅਤੇ ਤੈਨੂੰ ਆਰਾਮ ਨਹੀਂ ਆ ਸਕਦਾ। ਮਹਾਂਪੁਰਖ ਕਹਿੰਦੇ ਡਾਕਟਰ ਜਿਹੜੇ ਉਹ ਆਪਣੀ ਜਗ੍ਹਾ 'ਤੇ ਵਿੱਚ ਸਹੀ ਹੈ, ਕਿਉਂਕਿ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਉਹ ਸੰਸਾਰੀ ਹੈਗੀ ਆ, ਅਤੇ ਲੇਕਿਨ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੁੰਦੀ ਹੈਗੀ ਆ ਉਹ ਸੰਸਾਰੀ ਦੀ ਜਗ੍ਹਾ ਰੂਹਾਨੀਅਤ ਹੁੰਦੀ ਆ। ਉਹ ਹਰੇਕ ਗੱਲ ਨੂੰ ਵਾਹਿਗੁਰੂ ਦੇ ਨਾਲ ਜੋੜ ਕੇ ਦੇਖਦੇ ਆ। ਉਹਨਾਂ ਨੂੰ ਪਤਾ ਲੱਗਦਾ ਹੈਗਾ ਕਿ ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸਰਨਾਈ, ਜਾਂ ਇਹੋ ਜਿਹੇ ਸ਼ਬਦ ਜਿਹੜੇ ਨੇਕਾਂ ਹੈਗੇ ਕਿ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ, ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬੋ ਭਾਤ ਬਚਾਵੇ, ਸ਼ਤਰ ਅਨੇਕ ਚਲਾਵਤ ਘਾਵ ਤਉ ਤਨੇਕ ਨਾ ਲਾਗਤ ਪਾਵੇ। ਇਸ ਤਰ੍ਹਾਂ ਦੇ ਨੇਕਾਂ ਜਿਹੜੇ ਇਹ ਉਦਾਹਰਨਾਂ ਹੈਗੀਆਂ, ਪ੍ਰਮਾਣ ਹੈਗੇ, ਸਾਨੂੰ ਗੁਰਬਾਣੀ ਦੇ ਵਿੱਚ ਸਹਿਜ ਪ੍ਰਾਪਤ ਹੋ ਜਾਂਦੇ ਆ। ਜਦ ਇੰਨੀ ਗੱਲ ਹੋਈ ਤਾਂ ਮਹਿੰਦਰ ਸਿੰਘ ਦਾ ਮਨ ਜਿਹੜਾ ਸੀਗਾ ਨਾ ਖੁਸ਼ ਹੋ ਗਿਆ। ਫਿਰ ਮਹਾਂਪੁਰਖ ਕਹਿਣ ਲੱਗੇ ਦੱਸੋ ਮੈਂ ਕੀ ਕਰਾਂ। ਮਹਾਂਪੁਰਖ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਰ,
ਤੂੰ ਲੰਗਰ ਹਾਲ ਦੇ ਵਿੱਚ ਚਲਿਆ ਜਾ, ਉੱਥੇ ਹੈ ਨਾ ਸੰਗਤ ਦੇ ਭਾਂਡੇ ਮਾਂਜਣੇ ਸ਼ੁਰੂ ਕਰ ਦੇ। ਅਤੇ ਨਾਲ ਹੀ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਹਨਾਂ ਨੂੰ ਹੈ ਨਾ ਮੂਲ ਮੰਤਰ ਜਿਹੜਾ ਸੀਗਾ ਉਹ ਦੇ ਦਿੱਤਾ ਅਤੇ ਉਹਨੂੰ ਕਹਿ ਤਾ, ਕਹਿੰਦੇ ਭਾਈ ਤੂੰ ਇਹ ਜਿਹੜਾ ਮੂਲ ਮੰਤਰ ਆ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਜਿਹੜਾ ਹੈ ਨਾ ਨਾਲ ਪੜ੍ਹੀ ਜਾ। ਦੇਖੋ ਜਿੱਦਣ ਮਹਿੰਦਰ ਸਿੰਘ ਆਇਆ ਸੀ ਸੰਤ ਬਾਬਾ ਈਸ਼ਰ ਸਿੰਘ ਰਾੜੇਵਾਲ ਸਾਹਿਬ ਵਾਲਿਆਂ ਕੋਲ, ਉਦਣ ਪੂਰਨਮਾਸ਼ੀ ਸੀ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀਗਾ, ਇਸ ਕਰਕੇ ਸੰਗਤ ਦਾ ਜ਼ਿਆਦਾ ਇਕੱਠ ਸੀਗਾ। ਪਰ ਦੇਖੋ ਉਹ ਮਹਿੰਦਰ ਸਿੰਘ ਨੇ ਜਾਣੀ ਦਿਨ ਰਾਤ ਲੰਗਰ ਦੀ ਸੇਵਾ ਸ਼ੁਰੂ ਕਰ ਦੇਣੀ ਅਤੇ ਨਾਲ ਹੀ ਜਿਹੜੇ ਸੀ ਉਹ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਮਹਾਂਪੁਰਖਾਂ ਦੀ ਐਸੀ ਕਿਰਪਾ ਹੋਈ ਕਿ ਦਿਨੋਂ ਦਿਨ ਉਹਦਾ ਜਿਹੜਾ TB ਦਾ ਰੋਗ ਸੀਗਾ ਨਾ ਉਹ ਤੰਦਰੁਸਤੀ ਦੇ ਵਿੱਚ ਬਦਲਣ ਲੱਗ ਪਿਆ ਸੀਗਾ। ਇਸ ਤਰ੍ਹਾਂ ਕਰਦੇ ਜਦ ਜਾਣੀ ਕਿ ਹੋਲੀ ਦੀ ਪੂਰਨਮਾਸ਼ੀ ਜਾਂ ਹੋਲੀ ਦਾ ਦਿਹਾੜਾ ਆਇਆ ਸੀਗਾ ਅਤੇ ਉਸ ਪੂਰਨਮਾਸ਼ੀ ਦੇ ਉੱਤੇ ਇੱਕ ਕੋਈ ਪ੍ਰੇਮੀ ਜਿਹੜਾ ਸੀਗਾ ਉਹ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਕੋਲ ਬੈਠਾ ਸੀਗਾ ਅਤੇ ਉਹਨਾਂ ਟਾਈਮਾਂ ਦੇ ਵਿੱਚ ਰਾੜਾ ਸਾਹਿਬ ਦੀ ਕਾਰ ਸੇਵਾ ਜਿਹੜੀ ਚੱਲਦੀ ਸੀਗੀ। ਉਹ ਜਿਹੜਾ ਪ੍ਰੇਮੀ ਸੀਗਾ ਸੇਠ ਸੀਗਾ ਉਹਦੀ ਨਜ਼ਰ ਜਿਹੜੀ ਸੀ ਨਾ ਮਹਿੰਦਰ ਸਿੰਘ ਦੇ ਉੱਤੇ ਪਈ। ਉਹਨੇ ਕੀ ਦੇਖਿਆ ਕਿ ਮਹਿੰਦਰ ਸਿੰਘ ਜਿਹੜਾ ਸੀਗਾ ਉਹ ਆਪਣੇ ਇਹ ਦੋਨਾਂ ਮੋਢਿਆਂ ਦੇ ਉੱਤੇ ਇੱਕ ਸਤੀਰੀ ਚੱਕ ਕੇ ਜਿਹੜੀ ਉਹ ਕਾਰ ਸੇਵਾ ਰਾੜਾ ਸਾਹਿਬ ਦੀ ਜਿਹੜੀ ਸੀ ਉਹਦੇ ਵਿੱਚ ਬੜੇ ਉਤਸ਼ਾਹ ਨਾਲ ਸੇਵਾ ਕਰ ਰਿਹਾ ਸੀਗਾ। ਅਤੇ ਜਦ ਉਹ ਸੱਜਣ ਨੇ ਮਹਿੰਦਰ ਸਿੰਘ ਵੱਲ ਦੇਖਿਆ ਤਾਂ ਮਨ 'ਚ ਸੋਚਿਆ ਵੀ ਇਹ ਕਿੰਨਾ ਤਾਕਤਵਰ ਆਦਮੀ ਆ ਜਿਹੜਾ ਦੋਨਾਂ ਹੀ ਮੋਢਿਆਂ ਦੇ ਉੱਤੇ ਇੱਕ ਸਤਰੀ ਇਕੱਲਾ ਲੈ ਕੇ ਜਾ ਰਿਹਾ ਹੈਗਾ। ਅਤੇ ਉਹ ਦੇਖ ਕੇ ਦੰਗ ਰਹਿ ਗਿਆ। ਫਿਰ ਉਹ ਸੱਜਣ ਨੇ ਹੈ ਨਾ ਬਾਬਾ ਈਸ਼ਰ ਸਿੰਘ ਨੂੰ ਆਖਿਆ ਕਿ ਆ ਜਿਹੜਾ ਸੱਜਣ ਆ ਤੁਹਾਡੇ ਇਸ ਸਥਾਨ ਡੇਰੇ ਦੇ ਵਿੱਚ ਸੇਵਾ ਕਰ ਰਿਹਾ ਸਿੰਘ, ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਤਾਕਤਵਰ, ਇਹਨੇ 'ਚ ਇੰਨੀ ਤਾਕਤ ਵਾ ਕਿ ਇੱਕ ਸਤੀਰੀ ਚੱਕਣੀ ਜਿਹੜੀ ਆ 2-4 ਆਦਮੀਆਂ ਦਾ ਕੰਮ ਹੈ, ਇਕੱਲਾ ਹੀ ਆਪਣੇ ਦੋਨਾਂ ਮੋਢਿਆਂ 'ਤੇ ਇੱਕ ਸਤੀਰੀ ਲੈ ਕੇ ਜਾ ਰਿਹਾ ਹੈਗਾ। ਜਦ ਇਹ ਗੱਲ ਉਹ ਸੱਜਣ ਪ੍ਰੇਮੀ ਨੇ ਬਾਬਾ ਈਸ਼ਰ ਸਿੰਘ ਹੁਣਾਂ ਨਾਲ ਸਾਂਝੀ ਕੀਤੀ ਤਾਂ ਫਿਰ ਬਾਬਾ ਈਸ਼ਰ ਸਿੰਘ ਜੀ ਜਾਣੀ ਕਿ ਉਹਦੀ ਗੱਲ ਸੁਣ ਕੇ ਮੁਸਕਰਾ ਪਏ ਅਤੇ ਕਹਿਣ ਲੱਗੇ, ਕਹਿੰਦੇ ਭਾਈ ਇਹ ਸਾਰੀ ਹੈ ਨਾ ਨਾਮ ਦੀ ਕਮਾਈ ਦੀ ਬਰਕਤ ਹੈਗੀ ਆ। ਜਦ ਇਹ ਗੱਲ ਹੋਈ ਤਾਂ ਫਿਰ ਉਹ ਜਿਹੜੇ ਸੱਜਣ ਸੇਠ ਸੀ ਉਹਨਾਂ ਨੇ ਬਾਬਾ ਈਸ਼ਰ ਸਿੰਘ ਨੂੰ ਕਹਿ ਤਾ ਕਿ ਇਹ ਜਿਹੜੇ ਸੱਜਣ ਆ ਜਿਨ੍ਹਾਂ ਦਾ ਨਾਮ ਮਹਿੰਦਰ ਸਿੰਘ ਆ, ਜਿਹੜੇ ਇੰਨੀ ਭਾਰੀ ਸੇਵਾ ਤਕੜੀ ਕਰ ਰਹੇ ਆ, ਮੈਂ ਇਹਨਾਂ ਨੂੰ ਹੈ ਨਾ 4 ਸੇ ਦੇਸੀ ਘੇ ਦੀ ਜਿਹੜੀ ਹੈ ਨਾ ਭੇਟਾ ਹੈਗੀ ਆਪਣੇ ਕੋਲੋਂ ਦੇਣਾ ਚਾਹੁੰਦਾ, ਮੈਂ ਖਿਲਾਉਣਾ ਚਾਹੁੰਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਭਾਈ ਵੈਸੇ ਤਾਂ ਅਸੀਂ ਜਿਹੜੇ ਲੰਗਰ ਦੀ ਦਾਲ ਸਬਜ਼ੀ ਉਹਦੇ ਵਿੱਚ ਦੇਸੀ ਘੀ ਪਾਉਂਦੇ ਹਾਂ, ਬਾਕੀ ਤੇਰੀ ਆਪਣੀ ਮੌਜ ਆ, ਜੇ ਤੂੰ ਦੇਣਾ ਚਾਹੇ ਤੈਨੂੰ ਪੁੱਛ ਲੈ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਇੱਕ ਸੇਵਾਦਾਰ ਮਹਿੰਦਰ ਸਿੰਘ ਵੱਲ ਭੇਜਿਆ। ਉਹਨੂੰ ਕਹਿ ਤਾ ਵੀ ਸਤੀਰੀਆਂ ਛੱਡ ਕੇ ਨਾ ਸਾਡੀ ਜਿਹੜਾ ਮੁੜਦੇ ਸਾਰ ਸਾਡੀ ਗੱਲ ਸੁਣ ਕੇ ਜਾਈ। ਦੇਖੋ ਜਦ ਮਹਿੰਦਰ ਸਿੰਘ ਸਤੀਰੀਆਂ ਛੱਡ ਕੇ ਬਾਬਾ ਈਸ਼ਰ ਸਿੰਘਾਂ ਦੇ ਕੋਲ ਜਾ ਕੇ ਜਦ ਆਇਆ ਅਤੇ ਬੜੇ ਅਦਬ ਸਤਿਕਾਰ ਦੇ ਨਾਲ ਹੱਥ ਜੋੜ ਕੇ ਖੜ੍ਹ ਗਿਆ ਅਤੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਮਹਿੰਦਰ ਸਿੰਘ ਨੂੰ ਕਿਹਾ ਵੀ ਆਹ ਸੱਜਣ ਜਿਹੜੇ ਹੈਗੇ ਤੇਰੀ ਸਿਹਤ ਵੱਲ ਦੇਖ ਕੇ ਇੰਨੇ ਖੁਸ਼ ਵਾ ਅਤੇ ਇਹ ਚਾਹੁੰਦੇ ਕਿ ਤੈਨੂੰ ਅਸੀਂ ਹੈ ਨਾ 4 ਸੇਰ ਦੇਸੀ ਘੀ ਜਿਹੜਾ ਹੈਗਾ ਉਹ ਖਾਣ ਵਾਸਤੇ ਦੇ ਦਈਏ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਮਹਿੰਦਰ ਸਿੰਘ ਹੁਣੀ ਚੁੱਪ ਕਰ ਗਏ। ਪਰ ਫਿਰ ਮਹਿੰਦਰ ਸਿੰਘ ਨੇ ਹੈ ਨਾ ਉੱਥੇ ਖੜ੍ਹਿਆਂ ਉਹ ਸੱਜਣ ਨੂੰ ਅਤੇ ਬਾਕੀ ਹੋਰ ਜਿੰਨੀ ਸੇਵਾ ਸੰਗਤ ਸੀ ਉਹਨਾਂ ਨੂੰ ਆਪਣੀ ਇਹ ਜੀਵਨ ਦੀ ਹੱਡ ਬੀਤੀ ਸੁਣਾਈ ਕਿ ਕਿਵੇਂ ਜਿਹੜਾ ਉਹ ਕਿਸੇ ਟਾਈਮ ਜਿਹੜਾ ਸੀਗਾ ਉਹ ਪੂਰਾ ਮੌਤ ਦੇ ਮੂੰਹ ਦੇ ਵਿੱਚ ਸੀਗਾ ਅਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਕਿਵੇਂ ਮਹਾਂਪੁਰਖਾਂ ਦੀ ਕਿਰਪਾ ਦੇ ਸਦਕਾ ਜਿਹੜੇ ਮੈਨੂੰ ਹੈਗਾ ਦੁਬਾਰਾ ਜੀਵਨ ਮਿਲ ਗਿਆ ਅਤੇ ਇੰਨੀ ਤਾਕਤ ਮਿਲ ਗਈ ਆ। ਇਹ ਤਾਕਤ ਰੂਹਾਨੀਅਤ ਵੀ ਆ ਅਤੇ ਸਰੀਰਕ ਵੀ ਆ, ਭਾਵ ਕਿ ਸਭ ਕੁਛ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰੋਂ ਮੈਨੂੰ ਪ੍ਰਾਪਤ ਹੋਇਆ। ਪਰ ਪ੍ਰਾਪਤ ਕਿਵੇਂ ਹੋਇਆ? ਸੰਤ ਬਾਬਾ ਈਸ਼ਰ ਸਿੰਘ ਹੁਣਾਂ ਦੀ ਦਰਸ਼ਨ ਸੇਵਾ ਸੰਗਤ ਦੇ ਸਦਕੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਪਹਿਲਾ ਜੀਵਨ ਸੀਗਾ ਸਰਦਾਰ ਮਹਿੰਦਰ ਸਿੰਘ ਹੁਣਾਂ ਦਾ ਉਹ ਬਿਲਕੁਲ ਨਾਸਤਕ ਟਾਈਪ ਦਾ ਸੀਗਾ ਕਿ ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ, ਇਸ ਕਰਕੇ ਉਹ ਦੁਨੀਆ ਦੇ ਰੰਗ ਤਮਾਸ਼ੇ ਭੋਗ ਵਿਲਾਸ ਅਤੇ ਜੋ ਵੀ ਜਿਹੜੇ ਮੋਹ ਦੇ ਜਿਹੜੇ ਚੱਕਰ ਵੀ ਉਹਨਾਂ 'ਚ ਫਸਿਆ ਹੋਇਆ ਸੀਗਾ ਅਤੇ ਰੱਬ ਨੂੰ ਕੋਹਾਂ ਦੂਰ ਸਮਝਦਾ ਸੀ। ਪਰ ਜਦੋਂ ਐਸੀ ਬਿਮਾਰੀ ਲੱਗੀ ਆ ਫਿਰ ਜਦ ਰੱਬ ਯਾਦ ਆਇਆ ਹੈਗਾ ਤਾਂ ਫਿਰ ਉਹਨੂੰ ਪਤਾ ਲੱਗਾ ਹੈਗਾ ਕਿ ਜੋ ਮੈਂ ਸਮਝਦਾ ਸੀ ਅਸਲ ਦੇ ਵਿੱਚ ਉਹ ਨਹੀਂ ਹੈ, ਪਰ ਜੋ ਕੁਛ ਵੀ ਹੈ ਨਾ ਉਹ ਸਭ ਕੁਛ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਖਿਲਰੀ ਹੋਈ ਮਾਇਆ ਹੈਗੀ ਆ। ਅਤੇ ਇਹ ਜਿਹੜੀ ਮਾਇਆ ਹੈਗੀ ਇਹਦਾ ਭੇਦ ਉਦੋਂ ਹੀ ਖੁੱਲ੍ਹਦਾ ਹੈਗਾ ਜਦੋਂ ਮਹਾਂਪੁਰਖਾਂ ਦੀ ਸੰਗਤ 'ਚ ਚੱਲ ਜਾਈਏ। ਅਤੇ ਜਦੋਂ ਅਸੀਂ ਮਹਾਂਪੁਰਖਾਂ ਦੀ ਸੰਗਤ 'ਚ ਚੱਲਾਂਗੇ ਤਾਂ ਆਪਣਾ ਜਿਹੜਾ ਹੈਗਾ ਅਸਲੀਅਤ ਦਾ ਪਰਦਾ ਜਿਹੜਾ ਹੈਗਾ ਉਸ ਨੂੰ ਜਦ ਅੱਖਾਂ ਸਾਹਮਣੇ ਦੇਖਾਂਗੇ ਤਾਂ ਫਿਰ ਮਾਇਆ ਦੇ ਭਰਮ ਦਾ ਪਰਦਾ ਪਾੜਦਾ ਅਤੇ ਅਸਲੀਅਤ ਦਾ ਪਰਦਾ ਖੁੱਲ੍ਹਦਾ ਹੈਗਾ ਅਤੇ ਫਿਰ ਪਤਾ ਲੱਗਦਾ ਹੈਗਾ ਕਿ ਅਸਲ ਦੇ ਵਿੱਚ ਜੋ ਮੈਂ ਸੋਚਦਾ ਸੀਗਾ ਉਹ ਨਹੀਂ ਹੈ। ਅਤੇ ਇਸੇ ਕਰਕੇ ਜਿਹੜੀ ਉਹ ਚੀਜ਼ ਪਹਿਲਾਂ ਗਾਉਂਦਾ ਸੀ, ਪ੍ਰਚਾਰ ਕਰਦਾ ਸੀਗਾ ਕਿ ਗਾਵੇ ਕੋ ਜਾਪੇ ਦਿਸੇ ਦੂਰ, ਉਹ ਜਿਹੜੀ ਚੀਜ਼ ਦੂਰ ਜਾਪਦੀ ਸੀ ਹੈ ਨਾ, ਹੁਣ ਫਿਰ ਉਹ ਇਸ ਪੰਕਤੀ ਆ ਜਾਂਦਾ ਕਿ ਗਾਵੇ ਕੋ ਵੇਖੇ ਹਾਜ਼ਰਾ ਦੂਰ। ਹੁਣ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝਦਾ ਹੈਗਾ ਕਿ ਸਭ ਕੁਛ ਉਸ ਦੀ ਹੀ ਰਹਿਮਤ ਹੈਗਾ, ਉਹਦਾ ਹੀ ਸਦਕਾ ਹੈਗਾ।
ਸੋ ਇਸ ਤਰ੍ਹਾਂ ਇੱਕ ਜਿਹੜੇ ਸੱਜਣ ਸੀਗੇ ਉਹ ਵੀ ਜਿਹੜੇ ਸੀਗੇ ਇੱਕ ਵਾਰ ਸੰਤ ਬਾਬਾ ਈਸ਼ਰ ਸਿੰਘ ਹੋਣਾ ਦੇ ਕੋਲ ਆਏ ਸੀ। ਉਹ ਵੀ ਇੰਨੇ ਨਾਸਤਿਕ ਖਿਆਲ ਹੁੰਦੇ ਸੀਗੇ ਕਿ ਬਾਬਾ ਈਸ਼ਰ ਸਿੰਘ ਹੋਣਾ ਨੂੰ ਉਹਨੇ ਜਿਹੜਾ ਸੀਗਾ ਇੱਕ ਐਸਾ ਟੇਢਾ ਸਵਾਲ ਕਰ ਦਿੱਤਾ ਸੀਗਾ ਕਿ ਤੁਸੀਂ 24 ਘੰਟੇ ਜੇ ਤੁਹਾਡੇ ਸੇਵਾਦਾਰ 24 ਘੰਟੇ ਅੱਠੇ ਪੈਰ ਵਾਹਿਗੁਰੂ 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 ਕਰਦੇ ਰਹਿੰਦੇ ਤਾਂ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਕਹਿੰਦੇ ਕੀ ਹੋ ਜਾਊਗਾ? ਸਾਨੂੰ ਤਾਂ ਕਹਿੰਦੇ ਕੋਈ ਸਮਝ ਨਹੀਂ ਆਉਂਦੀ। ਜਾਂ ਤਾਂ ਸਾਨੂੰ ਦੱਸੋ ਕਿ ਵਾਹਿਗੁਰੂ ਕਹਿਣ ਦੇ ਨਾਲ ਸਾਰਾ ਕੁਝ ਹੋ ਜਾਂਦਾ ਹੈਗਾ। ਅਤੇ ਕਹਿੰਦੇ ਹੁਣ ਮੈਂ ਵੀ ਜਿਹੜਾ ਹੈਗਾ 2-4 ਵਾਰੀ ਤੁਹਾਡੇ ਸਾਹਮਣੇ ਵਾਹਿਗੁਰੂ ਵਾਹਿਗੁਰੂ ਕਹਿ ਦਿੰਦਾ, ਦੱਸੋ ਇਸ ਵਾਹਿਗੁਰੂ ਨਾਲ ਕੀ ਹੋ ਜਾਊਗਾ? ਜਦ ਉਹਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੀਗੀਆਂ ਟੇਢੀਆਂ ਜਿਹੀਆਂ ਗੱਲਾਂ ਕੀਤੀਆਂ ਤਾਂ ਬਾਬਾ ਈਸ਼ਰ ਸਿੰਘ ਜੀ ਚੁੱਪ ਕਰ ਕੇ ਉਹਨਾਂ ਦੀ ਗੱਲ ਸੁਣੀ ਅਤੇ ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਪਰ ਜਦੋਂ ਅਖੀਰ ਦੇ ਵਿੱਚ ਜਿਹੜਾ ਸੀਗਾ ਉਹਦਾ ਤਪ ਖਤਮ ਹੋਇਆ, ਜਦ ਸਮਾਂ ਆਇਆ ਉਸੇ ਹੀ ਸੱਜਣ ਨੂੰ ਐਸਾ ਜਿਹੜਾ ਸੀਗਾ ਅਧਰੰਗ ਦਾ ਰੋਗ ਦਾ ਅਟੈਕ ਹੋਇਆ ਕਿ ਉਹ ਸੱਜਣ ਅਧਰੰਗ ਦੇ ਅਟੈਕ ਦੇ ਨਾਲ ਹੀ ਜਿਹੜਾ ਸੀ ਕੋਮਾ ਹਾਲਤ 'ਚ ਚਲਾ ਗਿਆ। ਜਦ ਕੋਮਾ ਹਾਲਤ 'ਚ ਚਲ ਗਿਆ ਬਸ ਫੇਰ ਕੀ ਸੀ, ਉਹ ਜਿੰਨੀ ਦੁਨੀਆ ਦੇ ਰੰਗ ਤਮਾਸ਼ੇ ਸੀਗੇ, ਜਿੰਨੀਆਂ ਚੁਸਤ ਚਲਾਕੀਆਂ ਸੀਗਾ, ਜੋ ਵੀ ਕੁਛ ਜਿਹੜਾ ਉਹਦੀ ਵਿਦਵਾਨ ਦਾ ਜੋ ਵੀ ਪੜ੍ਹਾਈ ਲਿਖਾਈ ਸੀਗੀ ਸਾਰੀ ਜਿਹੜੀ ਹੈ ਨਾ ਛਿੱਕੇ ਟੰਗ ਹੋ ਗਈ। ਦੁਨੀਆ ਦੀਆਂ ਸਾਰੀਆਂ ਜਿਹੜੀਆਂ ਸਕੀਮਾਂ ਸੀਗੀਆਂ ਧਰੀਆਂ ਰਹਿ ਗਈਆਂ। ਅਖੀਰ ਫਿਰ ਉਹਨਾਂ ਦੇ ਜਿਹੜੇ ਘਰ ਦੇ ਸੀ ਉਹਨਾਂ ਨੂੰ ਪਤਾ ਲੱਗਾ ਵੀ ਇਹ ਸੱਜਣ ਇੱਕ ਵਾਰੀ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਸ ਗੱਲ ਦੀ ਬਾਜ਼ਾਰ ਦੇ ਵਿੱਚ ਬਹਿਸ ਪਿਆ ਸੀਗਾ ਕਿ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ? ਮੈਂ 5-7 ਵਾਰੀ ਵਾਹਿਗੁਰੂ ਵਾਹਿਗੁਰੂ ਤੁਹਾਡੇ ਸਾਹਮਣੇ ਕਹਿ ਦਿੰਦਾ, ਦੱਸੋ ਮੈਨੂੰ ਕੀ ਹੋ ਗਿਆ ਜਾਂ ਤੁਹਾਨੂੰ ਕੀ ਹੋ ਗਿਆ? ਫਿਰ ਉਹਨਾਂ ਦੇ ਘਰ ਦੇ ਨੂੰ ਪਤਾ ਲੱਗਾ ਕਿ ਇਹ ਜਿਹੜੀ ਸਜ਼ਾ ਹੈਗੀ ਆ ਇਹ ਮਹਾਂਪੁਰਖਾਂ ਦੇ ਸਾਹਮਣੇ ਇਹਨੂੰ ਇਸ ਕਰਕੇ ਮਿਲੀ ਆ ਕਿ ਇਹਨੇ ਆਪ ਪੂਰਨ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਦੇ ਸਾਹਮਣੇ ਹੀ ਉਸ ਨਿਰੰਕਾਰ ਪਰਮੇਸ਼ਰ ਪਾਰ ਬ੍ਰਹਮ ਪਰਮੇਸ਼ਰ ਦਾ ਪੂਰਾ ਮਜ਼ਾਕ ਉਡਾਇਆ ਸੀਗਾ। ਫਿਰ ਉਹ ਸੱਜਣ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਕੋਲ ਆਏ ਅਤੇ ਉਹਨਾਂ ਨੇ ਆ ਕੇ ਪਹਿਲਾਂ ਤਾਂ ਗਲਤੀ ਮੰਨੀ, ਸਾਰੀ ਗੱਲਬਾਤ ਜਿਹੜੀ ਸੀ ਭੁੱਲ ਬਖਸ਼ਾਉਣ ਵਾਸਤੇ ਮਹਾਂਪੁਰਖਾਂ ਦੇ ਅੱਗੇ ਤਰਲੇ ਕੀਤੇ। ਪਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਕਹਿਤਾ ਕਿ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਹੈਗਾ ਕਿਉਂਕਿ ਮੈਂ ਤਾਂ ਉਹਨਾਂ ਨੂੰ ਕੁਛ ਨਹੀਂ ਕਿਹਾ ਹੈਗਾ। ਪਰ ਅਖੀਰ ਵਿੱਚ ਉਹਨੇ ਇਹ ਗੱਲ ਜ਼ਰੂਰ ਕਹੀ ਸੀ ਬਾਬਾ ਈਸ਼ਰ ਸਿੰਘ ਹੁਣਾਂ, ਭਾਈ ਸੰਸਾਰ ਦੀ ਕਾਰ ਵਿਹਾਰ ਹੈਗੀ ਆ ਕਿ ਜਿੱਦਾਂ ਦਾ ਕੋਈ ਬੀਜੇਗਾ ਉੱਦਾਂ ਦਾ ਵੱਢ ਲਊਗਾ। ਪਰ ਜਦ ਉਹਨਾਂ ਸੱਜਣਾਂ ਨੇ ਬਹੁਤ ਜ਼ਿਆਦਾ ਤਰਲੇ ਮਿਹਨਤ ਕੀਤੇ, ਤੁਹਾਨੂੰ ਪਤਾ ਮਹਾਂਪੁਰਖ ਦਿਆਲ ਹੁੰਦੇ ਆ, ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਹਨੂੰ ਇਹ ਗੱਲ ਆਖ ਦਿੱਤੀ ਸੀ, ਕਹਿੰਦੇ ਭਾਈ ਗੱਲ ਇੰਨੀ ਹੈਗੀ ਆ, ਅਗਰ ਤੁਸੀਂ ਜ਼ਿਆਦਾ ਹੀ ਕਹਿੰਦੇ ਆ ਤਾਂ ਫਿਰ ਤੁਸੀਂ ਇਸ ਤਰ੍ਹਾਂ ਕਰ ਲਓ ਕਿ ਉਹਦੇ ਸਿਰਹਾਣੇ ਜਾ ਕੇ ਨਾ ਰੋਜ਼ ਇੱਕ ਨਹੀਂ ਤਾਂ 5 ਜਪਜੀ ਸਾਹਿਬ ਦੇ ਪਾਠ ਕਰੋ। ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਫਿਰ ਕੁਛ ਪਾਠ ਜਿਹੜਾ ਹੈ ਮੂਲ ਮੰਤਰ ਦੀਆਂ ਮਾਲਾ ਦਾ ਸੁਣਾਓ ਅਤੇ ਉਸ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਸ਼ਬਦ ਜਿਹੜੀ ਧੁਨ ਹੈਗੀ ਆ ਉਹ ਵੀ ਜਿਹੜੀ ਹੈ ਨਾ ਅਲਾਪ ਕਿ ਜਿੰਨੀ ਵੀ ਵੱਧ ਹੋ ਸਕੇ ਉਹਨੂੰ ਸੁਣਾਓ, ਜਿੱਥੇ ਉਹ ਮੰਜੇ 'ਤੇ ਜਿਹੜਾ ਬੇਹੋਸ਼ੀ ਦੀ ਹਾਲਤ ਵਿੱਚ ਕੋਮਾ 'ਚ ਪਿਆ ਹੈਗਾ। ਦੇਖੋ ਇਹ ਜਦ ਬਚਨ ਸੀ ਬਾਬਾ ਈਸ਼ਰ ਸਿੰਘ ਹੁਣਾਂ ਨੇ ਕਰ ਦਿੱਤਾ ਅਤੇ ਫਿਰ ਘਰ ਦੇ ਬੜੇ ਖੁਸ਼ ਹੋਏ। ਉਹਨਾਂ ਨੇ ਜਾ ਕੇ ਨਾ ਉਸੇ ਸੱਜਣ ਦੇ ਸਿਰਹਾਣੇ ਜਾ ਕੇ ਜਪਜੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਫਿਰ ਮੂਲ ਮੰਤਰ ਦੇ ਪਾਠ ਵੀ ਕੀਤੇ ਅਤੇ ਨਾਲ ਵਾਰੀ ਸਾਰੀ ਸੰਗਤ ਨੇ ਵਾਹਿਗੁਰੂ ਵਾਹਿਗੁਰੂ ਸ਼ਬਦ ਜਿਹੜਾ ਸੀਗਾ ਉਹਦੀ ਧੁਨ ਨੂੰ ਉਚਾਰਨਾ ਸ਼ੁਰੂ ਕਰ ਦਿੱਤਾ। ਦੇਖੋ ਦਿਨਾਂ ਦੇ ਵਿੱਚ ਐਸੀ ਖੇਡ ਪਲਟੀ ਕਿ ਉਹ ਸੱਜਣ ਦੀ ਜਿਹੜੀ ਸੁਰਤ ਸੀਗੀ ਯਕਦਮ ਇੱਕ ਦਿਨ ਕੋਮਾ ਤੋਂ ਬਾਹਰ ਆਈ ਅਤੇ ਜਿਉਂ ਹੀ ਬਾਹਰ ਆਈ ਉਹਨੇ ਜਿਹੜਾ ਪਹਿਲਾ ਲਫ਼ਜ਼ ਬੋਲਿਆ ਸੀ ਉਹਨੇ ਇਹੋ ਹੀ ਬੋਲਿਆ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਉਹਨੇ 3-4 ਵਾਰੀ ਵਾਹਿਗੁਰੂ 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 ਸ਼ਬਦ ਬੋਲਿਆ ਘਰ ਦੇ ਬੜੇ ਹੈਰਾਨ ਹੋਏ ਕਿ ਉਹ ਸੱਜਣ ਜਿਹਨੇ ਸਾਰੀ ਉਮਰ ਉਸ ਪਰਮੇਸ਼ਰ ਦੀ ਜਿਹੜੀ ਹੈ ਉਹ ਨਿੰਦਾ ਕੀਤੀ, ਲੋਕਾਂ 'ਚ ਚੁਗਲੀ ਕੀਤੀ ਆ ਅਤੇ ਉਹਦੀ ਹੋਂਦ ਤੋਂ ਇਨਕਾਰ ਕੀਤਾ, ਅੱਜ ਕਿਵੇਂ ਆਪਣੇ ਮੁੱਖ ਤੋਂ ਵਾਹਿਗੁਰੂ 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 ਸ਼ਬਦ ਬੋਲ ਰਿਹਾ ਹੈਗਾ। ਪਰ ਜਿਉਂ ਹੀ ਉਸ ਸੱਜਣ ਨੂੰ ਜਿਹੜੀ ਸੀਗੀ ਹੋਰ ਥੋੜ੍ਹੀ ਵਧੀਆ ਸੁਰਤ ਆਈ, ਫਿਰ ਘਰਦਿਆਂ ਨੂੰ ਪੁੱਛਿਆ ਕਿ ਤੂੰ ਦੱਸ ਕੀ ਹੋਇਆ, ਅਤੇ ਫਿਰ ਉਹਨੂੰ ਦੱਸਿਆ ਸੀ ਕਿ ਮੈਨੂੰ ਹੋਰ ਤਾਂ ਕੋਈ ਪਤਾ ਨਹੀਂ ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈਗਾ ਕਿ ਇੱਕ ਵਾਹਿਗੁਰੂ 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 ਸ਼ਬਦ ਦੀ ਆਵਾਜ਼ ਜਿਹੜੀ ਸੀਗੀ ਮੇਰੇ ਕੰਨਾਂ 'ਚ ਸੁਣਾਈ ਦਿੰਦੀ ਸੀਗੀ ਅਤੇ ਇਸੇ ਹੀ ਸ਼ਬਦ ਨੇ ਮੈਨੂੰ ਜਾਣੀ ਕਿ ਫਿਰ ਮੇਰੇ ਕੋਮਾਂ ਦੇ ਵਿੱਚੋਂ ਕੱਢ ਕੇ ਮੈਨੂੰ ਇਸ ਸੰਸਾਰ ਦੀ ਸੁਰਤ ਦੇ ਵਿੱਚ ਦੁਬਾਰਾ ਲੈ ਆਉਂਦਾ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੇ ਸੱਜਣ ਵਾਹਿਗੁਰੂ ਨੂੰ ਕਿਸੇ ਟਾਈਮ ਬੜਾ ਦੂਰ ਸਮਝਦੇ ਆ ਪਰ ਜਦੋਂ ਕਿਸੇ ਐਸੀ ਗਹਿਰੀ ਮੁਸੀਬਤ ਦੇ ਵਿੱਚ ਫਸ ਜਾਂਦੇ ਫਿਰ ਉਹਨੂੰ ਜਦ ਰੱਬ ਚੇਤੇ ਆਉਂਦਾ ਹੈਗਾ ਫਿਰ ਉਹਨਾਂ ਨੂੰ ਪਤਾ ਲੱਗਦਾ ਹੈਗਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨੇ ਕੋਈ। ਅਤੇ ਮੈਂ ਜਿੰਨੇ ਵੀ ਪਹਿਲੇ ਜਿਹੜੇ ਸਵਾਸ ਹੈ ਵਾਹਿਗੁਰੂ ਦੀ ਨਿੰਦਾ ਚੁਗਲੀ ਦੇ ਵਿੱਚ ਖਰਚ ਕਰ ਦਿੱਤੇ ਹਨ ਉਹ ਹੁਣ ਮੈਨੂੰ ਦੁਬਾਰਾ ਨਹੀਂ ਆ ਸਕਦੇ। ਮੈਂ ਇੰਨਾ ਨੁਕਸਾਨ ਜਿਹੜਾ ਹਨ ਆਪਣੀ ਜ਼ਿੰਦਗੀ ਦਾ ਝੱਲ ਲਿਆ ਹੈਗਾ। ਪਰ ਪਰਮੇਸ਼ਰ ਅਤੇ ਪਰਮੇਸ਼ਰ ਦੇ ਪਿਆਰੇ ਫਿਰ ਵੀ ਜਿਹੜੇ ਉਹ ਦਿਆਲ ਹੁੰਦੇ ਆ, ਕਿਉਂ? ਵਾਹਿਗੁਰੂ ਦਾ ਵਿਰਧ ਹੈਗਾ ਕਿ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ। ਇਸ ਕਰਕੇ ਮਹਾਂਪੁਰਖਾਂ ਦੇ ਅੰਦਰ ਜਿਹੜੀ ਖਿਮਾ ਦਾ ਗੁਣ ਆ ਸਭ ਤੋਂ ਜ਼ਿਆਦਾ ਹੁੰਦੀ ਆ ਕਿ ਉਹ ਕਿਸੇ ਦੇ ਜਦੋਂ ਸ਼ਰਨ 'ਚ ਆਉਂਦਾ ਉਹਦੇ ਔਗਣ ਨਹੀਂ ਚਤਾਰਦੇ, ਉਹਨੂੰ ਖਿਮਾ ਕਰਕੇ ਉਹਦੇ 'ਤੇ ਬਖਸ਼ਿਸ਼ ਕਰ ਦਿੰਦੇ ਆ। ਅਤੇ ਜਦ ਬਖਸ਼ਿਸ਼ ਕਰਦੇ ਆ ਫਿਰ ਉਹਨੂੰ ਇਸ ਗੱਲ ਦੀ ਜਿਹੜੀ ਸਮਝ ਆ ਜਾਂਦੀ ਆ ਕਿ ਗਾਵੇ ਕੋ ਜਾਪੇ ਦਿਸੇ ਦੂਰ ਅਤੇ ਗਾਵੇ ਕੋ ਵੇਖੇ ਹਾਦਰਾ ਹਦੂਰ। ਸੋ ਦਾਸ ਇੰਨੇ ਹੀ ਜਿਹੜੇ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।